ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਧਰਮ ਦੀਆਂ 4 ਨਿਸ਼ਾਨੀਆਂ ਹੁੰਦੀਆਂ। ਪਹਿਲੀ ਨਿਸ਼ਾਨੀ ਕੀ ਹੁੰਦੀ ਧਰਮ ਦੀ, ਕਿ ਜਿਹੜੀ ਸੀਨੇ ਬਸੀਨੇ ਗੱਲ ਚੱਲੀ ਆਉਂਦੀ ਆ ਉਸ ਨੂੰ ਅੱਗੇ ਤੋਂ ਅੱਗੇ ਅਸੀਂ ਸਾਂਝੀ ਕਰਦੇ ਹਾਂ। ਦੂਸਰਾ ਕੀ ਹੁੰਦਾ, ਦੂਸਰਾ ਉਹ ਇਤਿਹਾਸ ਜਿਹੜਾ ਲਿਖਤੀ ਤੌਰ 'ਤੇ ਹੁੰਦਾ ਹੈਗਾ, ਜਿਹੜਾ ਗ੍ਰੰਥਾਂ ਦੇ ਰੂਪ ਦੇ ਵਿੱਚ ਛਾਪਿਆ ਜਾਂਦਾ ਹੈਗਾ। ਤੀਸਰਾ ਇਤਿਹਾਸ ਕੀ ਹੁੰਦਾ, ਜਿਹਦੀਆਂ ਨਿਸ਼ਾਨੀਆਂ ਹੁੰਦੀਆਂ ਇਤਿਹਾਸ ਦੇ ਅੰਦਰ। ਅਤੇ ਚੌਥਾ ਕੀ ਹੁੰਦਾ, ਜਿਹੜੇ ਵਾਕ ਉਹਨਾਂ ਇਤਿਹਾਸਕਾਰਾਂ ਦੇ ਜਿਹੜੇ ਪ੍ਰਮੁੱਖ ਰਿਸ਼ੀ ਮੁਨੀ ਗੁਰੂ ਸਾਹਿਬਾਨ ਹੁੰਦੇ ਆ ਉਹਨਾਂ ਦੁਆਰਾ ਕਹੇ ਗਏ ਉਹ ਜਿਹੜੇ ਵਾਕ ਹੁੰਦੇ ਆ ਉਹ ਅਮੋਘ ਵਾਕ ਹੁੰਦੇ ਆ। ਅੱਜ ਦੱਸ ਇਸੇ ਹੀ ਸੰਦਰਭ ਦੇ ਅੰਦਰ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਦਾ ਇੱਕ ਐਸਾ ਵਾਕਿਆ ਜਿਹੜਾ ਅੱਜ ਵੀ ਸੰਸਾਰ ਨੂੰ ਬੜਾ ਚਕਿਤ ਕਰ ਰਿਹਾ ਹੈਗਾ, ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਦੇਖੋ, ਕਲਗੀਧਰ ਮਹਾਰਾਜ ਜੀ ਆਪਣੇ ਜੀਵਨ ਦੇ ਅੰਦਰ ਜਿੱਥੇ ਅਨੇਕਾਂ ਪਰਉਪਕਾਰ ਕੀਤੇ ਆ, ਇਹਨਾਂ ਪਰਉਪਕਾਰਾਂ ਦੇ ਵਿੱਚ ਕੁਛ ਐਸੇ ਪਰਉਪਕਾਰ ਹੁੰਦੇ ਆ ਜਿਹੜੇ ਸਦੀਵੀ ਤੌਰ 'ਤੇ ਹੁੰਦੇ ਆ। ਦੇਖੋ, ਜਿਵੇਂ ਮਹਾਰਾਜ ਨੇ ਮਲੇਰਕੋਟਲੇ ਦਾ ਜਿਹੜਾ ਨਵਾਬ ਸੀਗਾ ਉਹਨਾਂ ਟਾਈਮਾਂ ਦੇ ਵਿੱਚ, ਜਿਸ ਨੇ ਛੋਟੇ ਸਾਹਿਬਜ਼ਾਦੇ ਜਦੋਂ ਨੀਹਾਂ ਤੋਂ ਪਹਿਲਾਂ ਚਿਣੇ ਜਾਣੇ ਸੀਗੇ, ਕਚਹਿਰੀ ਦੇ ਅੰਦਰ ਹਾਂ ਦਾ ਨਾਅਰਾ ਮਾਰਿਆ ਸੀਗਾ, ਸ਼ੇਰ ਮੁਹੰਮਦ ਖਾਂ। ਇਹ ਜਿਹੜਾ ਸ਼ੇਰ ਮੁਹੰਮਦ ਖਾਂ ਮਲੇਰਕੋਟਲੇ ਦਾ ਨਵਾਬ ਸੀਗਾ, ਇਸ ਸ਼ੁਭ ਕਰਮ ਕਰਕੇ ਹੀ ਕਲਗੀਧਰ ਮਹਾਰਾਜ ਨੇ ਮਲੇਰਕੋਟਲੇ ਨੂੰ ਵਰਦਾਨ ਦਿੱਤਾ ਸੀ ਕਿ ਮਲੇਰਕੋਟਲਾ ਹਮੇਸ਼ਾ ਵੱਸਦਾ ਰਹੇ। ਦੇਖੋ, ਉਸ ਤੋਂ ਲੈ ਕੇ ਅੱਜ ਤੱਕ ਜਾਂ ਜਦ ਤੱਕ ਸੂਰਜ ਜਿਹੜਾ ਹੈ, ਚੰਦ ਸਿਤਾਰੇ ਇਸ ਅਸਮਾਨ 'ਤੇ ਰਹਿਣਗੇ, ਤਦ ਤੱਕ ਮਲੇਰਕੋਟਲਾ ਹਮੇਸ਼ਾ ਵੱਸਦਾ ਰਹੇਗਾ। ਕਿਉਂਕਿ ਇਹ ਜਿਹੜੇ ਬਾਗ ਹੁੰਦੇ ਹਨ ਇਹ ਅਮੋਘ ਬਾਗ ਹੁੰਦੇ ਆ। ਜਿਵੇਂ ਆਪ ਸੰਗਤਾਂ ਜਾਣਦੀਆਂ ਕਿ ਕਲਗੀਧਰ ਮਹਾਰਾਜ ਬਾਅਦ ਇਸ ਹਿੰਦੁਸਤਾਨ ਦੀ ਧਰਤੀ ਦੇ ਅੰਦਰ ਕਈ ਤਰ੍ਹਾਂ ਦੇ ਉਥਲ ਪੁਥਲ ਆਏ ਆ, ਕਈ ਪਿੰਡ ਵਸੇ ਆ, ਕਈ ਉਜੜੇ ਆ, ਅਤੇ ਜਿਹਦੇ ਵਿੱਚੋਂ ਸੰਨ 47 ਦੇ ਬਟਵਾਰੇ ਵੀ ਹੋਏ ਆ। ਕਈ ਪਿੰਡਾਂ ਦੇ ਵਿੱਚੋਂ ਪਿੰਡ ਜਿਹੜੇ ਆ ਇੱਧਰੋਂ ਉੱਧਰ ਚਲੇ ਗਏ, ਉੱਧਰੋਂ ਇੱਧਰ ਆ ਗਏ, ਪਰ ਮਲੇਰਕੋਟਲਾ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਆਂਚ ਨਹੀਂ ਆਈ। ਇਹ ਮਲੇਰਕੋਟਲਾ ਸ਼ਹਿਰ ਇੱਕ ਐਸਾ ਸ਼ਹਿਰ ਆ ਹੈ ਪੂਰੇ ਸੰਸਾਰ ਦੇ ਅੰਦਰ, ਜਿਹਦੇ ਵਿੱਚ ਪੀੜ੍ਹੀ ਦਰ ਪੀੜ੍ਹੀ ਜਿਹੜੇ ਹੈ ਉਹ ਪਰਿਵਾਰ ਇਸੇ ਤਰ੍ਹਾਂ ਹੀ ਸੁਖੀ ਵੱਸਦੇ ਆ ਅਤੇ ਸੁਖੀ ਵੱਸਦੇ ਰਹਿਣਗੇ। ਇਹ ਸਾਰੀ ਹੈ ਨਾ ਕਲਗੀਧਰ ਮਹਾਰਾਜ ਦੇ ਗੁਰਵਾਕਾਂ ਦੀ ਹੀ ਬਦੌਲਤ ਹੈ। ਦੂਸਰਾ ਕੀ ਹੈ ਕਿ ਕਲਗੀਧਰ ਮਹਾਰਾਜ ਨੇ ਇੱਕ ਜਿਹੜਾ ਵਰਦਾਨ ਹੈਗਾ ਨਾ ਉਹ ਸਕੇਤ ਮੰਡੀ ਦੇ ਰਾਜੇ ਨੂੰ ਵੀ ਦਿੱਤਾ ਹੈਗਾ। ਜਿਵੇਂ ਆਪ ਸਾਰੀਆਂ ਸੰਗਤਾਂ ਜਾਣਦੀਆਂ ਜੇ ਜਿਹੜਾ ਸਕੇਤ ਮੰਡੀ ਦਾ ਰਾਜਿਆਂ ਦਾ ਜਿਹੜਾ ਅੱਗੇ ਦਾਦਾ ਸੀਗਾ, ਉਹ ਕਿਸੇ ਟਾਈਮ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਗਿਆ ਸੀਗਾ। ਜਦ ਗਿਆ ਸੀਗਾ ਅਤੇ ਉਸ ਰਾਜੇ ਦੀ ਕਿਵੇਂ ਸੁਪਨੇ ਦੇ ਵਿੱਚ ਸਾਰੀ ਜਿਹੜੀ ਸਮੱਸਿਆ ਸੀਗੀ ਵੀ 6ਵੀਂ ਪਾਤਸ਼ਾਹੀ ਦੇ ਟਾਈਮ ਹੱਲ ਹੋ ਗਈ ਸੀ, ਅਤੇ ਉਹਦੀ ਜਿਹੜੀ ਉਮਰ ਸੀਗੀ ਉਹਨਾਂ ਟਾਈਮਾਂ ਦੇ ਵਿੱਚ ਵੱਧ ਗਈ ਸੀ। ਅਤੇ ਇਸੇ ਹੀ ਪੀੜ੍ਹੀ ਦੇ ਅੰਦਰ ਸਕੇਤ ਮੰਡੀ ਦਾ ਰਾਜਾ ਹਰੀ ਸੈਨ ਹੋਇਆ ਹੈਗਾ। ਜਿਹੜਾ ਹਰੀ ਸੈਨ ਰਾਜਾ ਸੀਗਾ ਇਹ ਕਲਗੀਧਰ ਮਹਾਰਾਜ ਦਾ ਸ਼ਰਧਾਲੂ ਹੁੰਦਾ ਸੀਗਾ। ਦੇਖੋ, ਜਦੋਂ 22 ਧਾਰ ਦੇ ਰਾਜੇ ਇਸ ਇਲਾਕੇ ਦੇ ਵਿੱਚ ਉਹਨਾਂ ਟਾਈਮਾਂ 'ਚ ਇਕੱਠੇ ਹੋਏ ਸੀਗੇ, ਅਤੇ ਉੱਥੇ ਇੱਕ ਬਹੁਤ ਵੱਡਾ ਜਿਹੜਾ ਸੀ ਇਕੱਠ ਹੋਇਆ ਸੀਗਾ। ਇਸ ਇਕੱਠ ਦੇ ਵਿੱਚ ਫਿਰ ਸਕੇਤ ਮੰਡੀ ਦੇ ਰਾਜੇ ਨੇ ਕਲਗੀਧਰ ਮਹਾਰਾਜ ਨੂੰ ਜਿਹੜੀ ਸੀ ਇਹ ਗੁਪਤ ਸੂਚਨਾ ਦਿੱਤੀ ਸੀ ਕਿ ਇਸ ਇਕੱਠ ਦੀ ਆੜ ਦੇ ਵਿੱਚ 22 ਧਾਰਾਂ ਦੇ ਜਿਹੜੇ ਰਾਜੇ ਆ ਉਹਨਾਂ ਦੇ ਅੰਦਰ ਜਿਹੜੀ ਹੈਗੀ ਆ ਇੱਕ ਐਸੀ ਵਿਉਂਤ ਆ ਕਿ ਇਸੇ ਹੀ ਇਕੱਠ ਦੇ ਬਹਾਨੇ ਅਸੀਂ ਕਲਗੀਧਰ ਮਹਾਰਾਜ ਦੇ ਉੱਤੇ ਹਮਲਾ ਕਰਾਂਗੇ ਅਤੇ ਉਹਨਾਂ ਨੂੰ ਇੱਥੇ ਹੀ ਅਸੀਂ ਜਿਹੜਾ ਹੈਗਾ ਉਹ ਸ਼ਹੀਦ ਕਰਾਂਗੇ। ਇਹ ਤਦ ਜਿਹੜੀ ਸਾਰੀ ਸੂਚਨਾ ਸੀ ਉਹਨਾਂ ਟਾਈਮਾਂ ਦੇ ਵਿੱਚ ਹਰੀ ਸੈਨ ਰਾਜੇ ਨੇ ਜਿਹੜੀ ਸੀ ਉਹ ਕਲਗੀਧਰ ਮਹਾਰਾਜ ਨੂੰ ਦਿੱਤੀ ਸੀ। ਪਰ ਦੇਖੋ, ਹੁਣ ਸ਼ੇਰ ਦੇ ਅੱਗੇ ਜਿਹੜਾ ਹੈਗਾ ਉਹ ਗਿੱਦੜ ਜਾਂ ਬੱਕਰੀਆਂ ਕਿਵੇਂ ਹੱਥ ਪਾ ਸਕਣ, ਪਰ ਉਹਨਾਂ ਦੀ ਜਿਹੜੀ ਇਸ ਨੀਅਤ ਸੀ ਉਹਦੇ ਵਿੱਚ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਇਸ ਇਕੱਠ ਦੇ ਵਿੱਚ ਜਿੱਥੇ ਬੋਧ ਮਤ ਵੱਡੇ ਵੱਡੇ ਮਹਾਤਮਾ ਵੀ ਇਕੱਠੇ ਹੋਏ ਸੀਗੇ, ਪਰ ਹੁਣ ਕਲਗੀਧਰ ਮਹਾਰਾਜ ਦੇ ਜਿਹੜੇ ਨਾਲ ਸਿੰਘ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚੋਂ, ਉਹ ਸਿੰਘ ਦੀ ਜਿਹੜੀ ਐਸੀ ਵੀਰਤਾ ਜਾਂ ਐਸਾ ਰੋਹਬ ਦੇਖ ਕੇ ਪਹਾੜੀ ਰਾਜੇ ਜਿਹੜੇ ਸੀਗੇ ਉਹਨਾਂ ਟਾਈਮਾਂ ਦੇ ਵਿੱਚ ਇਸ ਤਰ੍ਹਾਂ ਜਿਹੜੇ ਸੀਗੇ ਉਹ ਸਹਿ ਲੈ ਕੇ ਬੈਠ ਗਏ ਸੀਗੇ, ਜਿਵੇਂ ਸੱਪ ਜਿਹੜਾ ਹੈਗਾ ਉਹ ਗੜੜ ਤੋਂ ਡਰਦਾ ਜਿਹੜਾ ਖੁੱਡਾਂ ਦੇ ਵਿੱਚ ਜਾ ਵੜਦਾ ਹੈਗਾ। ਇਸ ਤੋਂ ਬਾਅਦ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਕਲਗੀਧਰ ਮਹਾਰਾਜ ਨੇ ਫਿਰ ਸਕੇਤ ਮੰਡੀ ਦੇ ਰਾਜੇ ਦੇ ਉੱਤੇ ਅਤੀ ਪ੍ਰਸੰਨਤਾ ਕੀਤੀ ਸੀ। ਅਤੇ ਇਸ ਪ੍ਰਸੰਨਤਾ ਤੋਂ ਬਾਅਦ ਕਿਉਂਕਿ ਸਕੇਤ ਮੰਡੀ ਦਾ ਰਾਜਾ ਜਿਹੜਾ ਸੀਗਾ ਉਹ ਹੀ ਜਿਹੜਾ ਹੈ ਉਹ ਕਲਗੀਧਰ ਮਹਾਰਾਜ ਦੇ ਚਰਨਾਂ ਦਾ ਭੋਰਾ ਸੀਗਾ। ਉਹ ਆਪ ਆਇਆ ਸੀ ਉਹਨਾਂ ਟਾਈਮਾਂ ਦੇ ਵਿੱਚ ਰਵਾਲਸਰ, ਅਤੇ ਉਹਨੇ ਆ ਕੇ ਫਿਰ ਕਲਗੀਧਰ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਸੀ ਕਿ ਤੁਸੀਂ ਹੈ ਨਾ ਸਕੇਤ ਮੰਡੀ ਜਾ ਕੇ ਚਰਨ ਪਾਓ। ਜਦੋਂ ਦਸ਼ਮੇਸ਼ ਪਿਤਾ ਜਿਹੜੇ ਸੀਗੇ
ਉਹਨੇ ਕਿਹਾ ਵੀ ਚਲੋ ਠੀਕ ਹੈ ਅਸੀਂ ਜ਼ਰੂਰ ਪਹੁੰਚਾਂਗੇ, ਪਰ ਉਹਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੈ, ਤੁਸੀਂ ਘੋੜੇ 'ਤੇ ਸਵਾਰ ਹੋ ਕੇ ਨਹੀਂ ਆਉਣਾ, ਅਸੀਂ ਸਾਰਾ ਪਰਿਵਾਰ ਜਿਹੜਾ ਨਾ ਆਪ ਜੀ ਦੇ ਵਾਸਤੇ ਇੱਕ ਸੁੰਦਰ ਪਲੰਘ ਲੈ ਕੇ ਆਏ ਅਤੇ ਇਸ ਪਲੰਘ 'ਤੇ ਉੱਤੇ ਸਵਾਰ ਹੋ ਕੇ ਅਸੀਂ ਤੁਹਾਨੂੰ ਆਪ ਆਪਣੇ ਮੋਢਿਆਂ 'ਤੇ ਬਿਠਾ ਕੇ ਆਪਣੇ ਮਹਿਲ ਦੇ ਵਿੱਚ ਲੈ ਕੇ ਜਾਵਾਂਗੇ। ਦੇਖੋ ਉਸ ਤੋਂ ਬਾਅਦ ਫਿਰ ਮਹਾਰਾਜ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਸੀ ਅਤੇ ਫਿਰ ਮਹਾਰਾਜ ਜਿਹੜੇ ਸੀ ਸਕੇਤ ਮੰਡੀ ਪਹੁੰਚੇ ਸੀ ਉਹਨਾਂ ਟਾਈਮਾਂ ਦੇ ਵਿੱਚ। ਪਰ ਫਿਰ ਵੀ ਮਹਾਰਾਜ ਨੇ ਜਿਹੜਾ ਸੀਗਾ ਆਪਣੀ ਜਿਹੜੀ ਰਿਹਾਇਸ਼ ਸੀ ਉਸ ਰਾਜੇ ਦੇ ਮਹਿਲ ਤੋਂ ਬਾਹਰਲੇ ਪਾਸੇ ਇੱਕ ਖੁੱਲ੍ਹੇ ਮੈਦਾਨ ਦੇ ਵਿੱਚ ਰੱਖੀ ਸੀ। ਉਹਨਾਂ ਟਾਈਮਾਂ ਦੇ ਵਿੱਚ ਦੱਸਦੇ ਆ ਕਿ ਇੱਕ ਕੋਈ ਬਾਹਰੋਂ ਪ੍ਰੇਮੀ ਜਿਹੜਾ ਬਹੁਤ ਵੱਡਾ ਕਾਰੀਗਰ ਸੀਗਾ, ਉਹ ਇੱਕ ਪੱਕੇ 22 ਸਿਰ ਦੀ ਜਿਹੜੀ ਸੀ ਉਹਨਾਂ ਟਾਈਮਾਂ ਦੇ ਵਿੱਚ ਬੰਦੂਕ ਲੈ ਕੇ ਆਇਆ ਸੀਗਾ। ਜਦੋਂ 22 ਸਿਰ ਦੀ ਬੰਦੂਕ ਲੈ ਕੇ ਆਇਆ ਤਾਂ ਉਸ ਟਾਈਮ ਇੱਕ ਬੜਾ ਭਾਰੀ ਇਕੱਠ ਸੀਗਾ, ਜੋ ਉਸਨੇ ਆ ਕੇ ਇਹ ਬੰਦੂਕ ਲਿਆ ਕੇ ਕਲਗੀਧਰ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ ਸੀ ਅਤੇ ਇਹ ਜਿਹੜੀ ਬੰਦੂਕ ਸੀ ਕਲਗੀਧਰ ਮਹਾਰਾਜ ਨੂੰ ਭੇਟਾ ਕੀਤੀ ਸੀ। ਜਦ ਭੇਟਾ ਕੀਤੀ ਸੀ ਅਤੇ ਫਿਰ ਸਕੇਤ ਮੰਡੀ ਦੇ ਰਾਜੇ ਦੇ ਜਿਹੜੇ ਹੋਰ ਵੀ ਅਹਿਲਕਾਰ ਸੀਗੇ, ਉਹਨਾਂ ਨੇ ਕੱਲ੍ਹ ਦਸ਼ਮੇਸ਼ ਪਿਤਾ ਨੂੰ ਇਹ ਆਖਿਆ ਸੀਗਾ ਕਿ ਇਹ ਜਿਹੜੀ ਬੰਦੂਕ ਆ ਤੁਸੀਂ ਇਸ ਦੀ ਪਰਖ ਕਰੋ ਵੀ ਇਹ ਕਿੰਨੀ ਕੁ ਮਾਰ ਕਰਦੀ ਆ। ਜਦ ਇੰਨੀ ਗੱਲ ਹੋਈ ਸੀ ਫਿਰ ਮਹਾਰਾਜ ਕਿਹਾ ਸੀ, ਕਹਿੰਦੇ ਚਲੋ ਠੀਕ ਆ। ਫਿਰ ਦਸ਼ਮੇਸ਼ ਪਿਤਾ ਜੀ ਨੇ ਸਕੇਤ ਮੰਡੀ ਦੇ ਰਾਜੇ ਨੂੰ ਇਹ ਦੱਸਿਆ ਸੀਗਾ ਕਿ ਇਸ ਤਰ੍ਹਾਂ ਕਰ ਆਪਣੇ ਬੰਦੇ ਭੇਜ, ਅਤੇ ਉਹਨਾਂ ਨੂੰ ਕਿਹਾ ਕਿ ਆਹ ਜਿਹੜਾ ਸਾਹਮਣੇ ਦਰਿਆ ਵਗਦਾ ਹੈਗਾ, ਇਸ ਦਰਿਆ ਦੇ ਵਿੱਚ ਇੱਕ ਹਾਂਡੀ ਜਿਹੜੀ ਆ ਉਹ ਮੁੰਦੀ ਮਾਰ, ਅਤੇ ਅਸੀਂ ਇਹ ਬੰਦੂਕ ਜਿਹੜੀ ਹੈ ਨਾ ਹਾਂਡੀ ਦੇ ਉੱਤੇ ਪਰਖਾਂਗੇ। ਉਸ ਤੋਂ ਬਾਅਦ ਦੱਸਦੇ ਆ ਕਿ 1 ਕਿਲੋਮੀਟਰ ਦੂਰ ਜਾ ਕੇ ਸਕੇਤ ਮੰਡੀ ਦੇ ਰਾਜੇ ਜਿਹੜੇ ਕਰਮਚਾਰੀ ਸੀ, ਉਹਨਾਂ ਨੇ ਇੱਕ ਵੱਡੀ ਸਾਰੀ ਹਾਂਡੀ ਲਿਆ ਕੇ ਉਹ ਦਰਿਆ ਦੇ ਵਿੱਚ ਮੁੰਦੀ ਮਾਰ ਕੇ ਛੱਡੀ ਸੀ। ਅਤੇ ਇੱਧਰੋਂ ਮਹਾਰਾਜ ਨੇ ਕੀ ਕੀਤਾ ਸੀਗਾ, ਇਹ ਜਿਹੜੀ ਪੱਕੇ 22 ਸਿਰ ਦੀ ਵੱਡੀ ਬੰਦੂਕ ਸੀ ਇਹਦੇ ਵਿੱਚ ਬਰੂਦ ਭਰ ਲਿਆ ਸੀਗਾ। ਉਸ ਤੋਂ ਬਾਅਦ ਜਦ ਉਹ ਹਾਂਡੀ ਜਿਹੜੀ ਸੀ ਰਿੜਦੀ ਦਸ਼ਮੇਸ਼ ਪਿਤਾ ਦੀ ਅੱਖਾਂ ਦੇ ਸਾਹਮਣੇ ਆਈ ਸੀ, ਅਤੇ ਮਹਾਰਾਜ ਨੇ ਫਿਰ ਉਸ ਟਾਈਮ ਇਸ ਹਾਂਡੀ ਦਾ ਨਿਸ਼ਾਨਾ ਬੰਨਿਆ ਸੀਗਾ। ਜਦ ਇਹ ਹਾਂਡੀ ਜਿਹੜੀ ਸੀ ਦਸ਼ਮੇਸ਼ ਪਿਤਾ ਦੇ ਸਾਹਮਣੇ ਆਈ ਅਤੇ ਇੱਧਰੋਂ ਮਹਾਰਾਜ ਨੇ ਜਦ ਇਸ 22 ਸਿਰ ਦੀ ਬੰਦੂਕ ਦੇ ਨਾਲ ਘੋੜਾ ਦੱਬਿਆ ਸੀਗਾ, ਅਤੇ ਉਹ ਜਿਹੜੀ ਗੋਲੀ ਸੀਗੀ ਇਸ ਬੰਦੂਕ ਦੇ ਵਿੱਚੋਂ ਉਹ ਜਿਹੜੀ ਹਾਂਡੀ ਦੇ ਅੰਦਰੋਂ ਆਰ ਪਾਰ ਹੋਈ ਸੀ, ਪਰ ਹਾਂਡੀ ਜਿਹੜੀ ਸੀ ਉਹ ਫੁੱਟੀ ਨਹੀਂ ਸੀ, ਉਹ ਜਿਉਂਦੀ ਤਿਉਂ ਹੀ ਰਹੀ ਸੀ। ਜਦ ਇਹ ਚੀਜ਼ ਜਿਹੜੀ ਸਭ ਨੇ ਦੇਖੀ ਸੀ, ਸਭ ਹੈਰਾਨ ਹੋ ਗਏ ਕਿ ਐਡੀ ਵੱਡੀ ਬੰਦੂਕ 22 ਸਿਰ ਦੀ, ਪਰ ਇੱਕ ਜਿਹੜੀ ਹਾਂਡੀ ਹੈ ਜਿਹਦਾ ਨਿਸ਼ਾਨਾ ਦਸ਼ਮੇਸ਼ ਪਿਤਾ ਜੀ ਨੇ ਆਪ ਖਿੱਚਿਆ ਹੈਗਾ, ਉਹ ਹਾਂਡੀ ਤਾਂ ਜਿਹੜੀ ਹੈ ਉੱਥੇ ਰਹਿਣੀ ਨਹੀਂ ਚਾਹੀਦੀ, ਉੱਥੇ ਟੁਕੜੇ ਹੋ ਜਾਣੀ ਚਾਹੀਦੀ ਸੀਗੀ। ਪਰ ਦੇਖੋ ਇਸ ਹਾਂਡੀ ਦੇ ਵਿੱਚੋਂ ਇਹ ਜਿਹੜੀ ਬੰਦੂਕ ਸੀਗੀ ਇਹਦੀ ਗੋਲੀ ਆਰ ਪਾਰ ਹੋ ਗਈ, ਪਰ ਹਾਂਡੀ ਦਾ ਕੁਛ ਵਿਗਾੜ ਨਹੀਂ ਸਕੀ। ਜਦ ਇੰਨੀ ਗੱਲ ਹੋਈ ਸੀ ਫਿਰ ਜਿਹੜਾ ਸੀਗਾ ਸਕੇਤ ਮੰਡੀ ਦਾ ਰਾਜਾ ਹਰੀ ਸੈਨ ਉਹਨੇ ਦਸ਼ਮੇਸ਼ ਪਿਤਾ ਨੂੰ ਕਿਹਾ ਸੀਗਾ, ਕਹਿੰਦੇ ਮਹਾਰਾਜ ਵੀ ਦਰਅਸਲ ਗੱਲ ਇਹ ਹੈ ਕਿ ਬੰਦੂਕ ਦੇ ਵਿੱਚ ਤਾਂ ਕੇਵਲ ਲੱਗਦਾ ਲੋਹਾ ਹੀ ਲੋਹਾ ਹੈਗਾ, ਪਰ ਲੱਗਦਾ ਇਹ ਬੰਦੂਕ ਜਿਹੜੀ ਆ ਉਹ ਨਿਸ਼ਾਨੇ 'ਤੇ ਸਹੀ ਨਹੀਂ ਬੈਠਦੀ, ਇਹ ਕਾਰਗਰ ਨਹੀਂ ਹੈ। ਜੰਗ ਦੇ ਮੈਦਾਨ ਦੇ ਵਿੱਚ ਫਿਰ ਇਹ ਦੁਸ਼ਮਣਾਂ ਦੇ ਉੱਤੇ ਕਿਵੇਂ ਭਾਰੀ ਪਵੇਗੀ। ਜਦ ਇੰਨੀ ਗੱਲ ਹੋਈ ਸੀ ਫਿਰ ਦਸ਼ਮੇਸ਼ ਪਿਤਾ ਜੀ ਨੇ ਜਿਹੜਾ ਸੀ ਮੁਸਕਰਾ ਕੇ ਰਾਜੇ ਹਰੀ ਚੰਦ ਨੂੰ ਜਿਹੜਾ ਸੀਗਾ ਇਹ ਵਰਦਾਨ ਦਿੱਤਾ। ਕਹਿਣ ਲੱਗੇ ਸੀਗੇ, ਜੈਸੇ ਬਾਚੀ ਹੈ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ, ਕਿ ਜਿਸ ਤਰ੍ਹਾਂ ਇਹ ਜਿਹੜੀ ਹਾਂਡੀ ਹੈਗੀ ਆ ਇਹ ਬਚ ਗਈ ਆ, ਇਸੇ ਤਰ੍ਹਾਂ ਤੇਰੀ ਜਿਹੜੀ ਸਕੇਤ ਮੰਡੀ ਆ ਉਹ ਬਚੂਗੀ। ਅਤੇ ਇਸ ਤੋਂ ਬਾਅਦ ਫਿਰ ਮਹਾਰਾਜ ਨੇ ਨਾਲ ਹੀ ਇਹ ਵੀ ਆਖਿਆ ਸੀ, ਜੋ ਇਸ ਮਾਂਡੀ ਕੋ ਲੂਟेंगे ਅਸਮਾਨੀ ਗੋਲੇ ਛੂਟेंगे। ਦੇਖੋ ਇਹ ਜਿਹੜੀ ਸੀ ਵਚਨ ਹੈ ਕਲਗੀਧਰ ਮਹਾਰਾਜ ਨੇ ਵਰਦਾਨ ਦੇ ਰੂਪ ਦੇ ਵਿੱਚ ਸਕੇਤ ਮੰਡੀ ਦੇ ਰਾਜੇ ਨੂੰ ਦਿੱਤੇ ਸੀ ਕਿ ਜੈਸੀ ਬਾਚੀ ਹੈ ਇਹ ਹਾਂਡੀ ਤੈਸੇ ਬਚੇਗੀ ਤੇਰੀ ਮਾਂਡੀ, ਜੋ ਇਸ ਮਾਂਡੀ ਕੋ ਲੂਟेंगे ਅਸਮਾਨੀ ਗੋਲੇ ਛੂਟेंगे। ਉਸ ਤੋਂ ਬਾਅਦ ਦੇਖੋ ਇਹ ਜਿਹੜਾ ਨਿਕਲਿਆ ਹੋਇਆ ਮੋਘ ਬਚਨ ਹੈ, ਇਹ ਜਦ ਤੱਕ ਸੂਰਜ ਚੰਦਰਮਾ ਸਿਤਾਰੇ ਰਹਿਣਗੇ ਤਦ ਤੱਕ ਇਹ ਮੋਘ ਬਚਨ ਇਸੇ ਤਰ੍ਹਾਂ ਜਿਹੜਾ ਹੈਗਾ ਉਹ ਸਕੇਤ ਮੰਡੀ ਦੀ ਰੱਖਿਆ ਕਰਦਾ ਰਹੂਗਾ। ਜਿਵੇਂ ਦਸ਼ਮੇਸ਼ ਪਿਤਾ ਨੇ ਮਲੇਰਕੋਟਲੇ ਨੂੰ ਇਹ ਵਰ ਦਿੱਤਾ ਸੀਗਾ ਕਿ ਮਲੇਰਕੋਟਲਾ ਸਦਾ ਬਸਦਾ ਰਹੇ, ਅਤੇ ਇਸੇ ਤਰ੍ਹਾਂ ਦੂਸਰਾ ਵਰਦਾਨ ਜਿਹੜਾ ਸੀਗਾ ਸਕੇਤ ਮੰਡੀ ਦੇ ਰਾਜੇ ਹਰੀ ਸੈਨ ਨੂੰ ਦਿੱਤਾ ਸੀਗਾ ਕਿ ਤੇਰੀ ਜਿਹੜੀ ਸਕੇਤ ਮੰਡੀ ਹੈ ਇਸ ਨੂੰ ਕੋਈ ਲੁੱਟ ਨਹੀਂ ਸਕਦਾ। ਅਗਰ ਕੋਈ ਲੁੱਟ ਦੀ ਮਨਸ਼ਾ ਦੇ ਨਾਲ ਇੱਥੇ ਆਊਗਾ ਅਤੇ ਉਹਦੇ ਉੱਤੇ ਅਸਮਾਨੀ ਗੋਲਿਆਂ ਦੀ ਵਰਖਾ ਹੋਊਗੀ। ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਇਸ ਤੋਂ ਬਾਅਦ ਕਿਸੇ ਵੀ ਰਾਜੇ ਨੇ ਜਿਹੜਾ ਸੀਗਾ ਉਹ ਸਕੇਤ ਮੰਡੀ ਨੂੰ ਲੁੱਟਣ ਦਾ ਹੌਸਲਾ ਨਹੀਂ ਕੀਤਾ। ਪਰ ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸੀਗੇ, ਜਦ ਇਹ ਸਾਰੇ ਜਿਹੜੇ ਮੁਲਕ ਜਿੱਤਦੇ ਮਲੇਰਕੋਟਲਾ ਪਹੁੰਚੇ ਸੀਗੇ, ਜਦ ਮਲੇਰਕੋਟਲਾ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਸਿੰਘਾਂ ਦੇ ਨਾਲ ਆਏ ਸੀ, ਅਤੇ ਫਿਰ ਉਸ ਟਾਈਮ ਕਿਉਂਕਿ ਜਿਹੜੇ ਮਲੇਰਕੋਟ ਦੇ ਨਿਵਾਸੀ ਸੀ, ਬਾਬਾ ਬੰਦਾ ਸਿੰਘ ਦਾ ਨਾਂ ਜਿਹੜਾ ਸੀਗਾ ਉਹ ਐਡਾ ਵੱਡਾ ਜਾਂ ਇੰਨਾ ਭੈਭੀਤ ਕਰਨ ਵਾਲਾ ਸੀਗਾ ਕਿ ਉਸ ਟਾਈਮ ਦਾ ਜਿਹੜਾ ਆਖਰੀ ਬਾਦਸ਼ਾਹ ਮੁਗਲਾਂ ਦਾ ਬਹਾਦਰ ਸ਼ਾਹ ਸੀਗਾ ਉਹ ਵੀ ਬਾਬਾ ਬੰਦਾ ਸਿੰਘ ਦੇ ਨਾਮ ਤੋਂ ਬੜਾ ਭੈ ਖਾਂਦਾ ਸੀਗਾ।
ਤੇ ਉਸ ਨੇ ਵੀ ਆਖਰ ਸਮੇਂ ਜਦੋਂ ਲਾਹੌਰ ਜਾਣਾ ਸੀਗਾ ਤੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਹੀ ਉਸ ਨੂੰ ਰਸਤਾ ਮੰਗਣਾ ਪਿਆ ਸੀਗਾ ਕਿ ਕਿਰਪਾ ਕਰਕੇ ਮੈਨੂੰ ਰਾਹ ਦੇਵੋ ਤਾਂ ਜੋ ਮੈਂ ਆਪਣੇ ਆਖਰੀ ਸਮੇਂ ਲਾਹੌਰ ਵਿੱਚ ਜਾ ਕੇ ਉੱਥੇ ਦੇ ਜਿਹੜੇ ਪੀਰ ਹੈਗੇ ਆ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਜੋ ਸਰੀਰ ਹੈਗਾ ਉਹ ਅਰਪਣ ਕਰ ਸਕਾਂ। ਇਸ ਤੋਂ ਬਾਅਦ ਆਪ ਸੰਗਤਾਂ ਜਾਣਦੀਆਂ ਕਿ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮਲੇਰਕੋਟਲੇ ਪਹੁੰਚੇ ਸੀਗੇ ਤੇ ਉਸ ਟਾਈਮ ਬਾਬਾ ਬੰਦਾ ਸਿੰਘ ਦਾ ਜਿਹੜਾ ਗੁਰੂ ਸੀਗਾ ਜਿਹਦਾ ਨਾਂ ਜਾਨਕੀ ਦਾਸ ਸੀਗਾ, ਉਸ ਦੀ ਮੁਲਾਕਾਤ ਜਿਹੜੀ ਸੀ ਇੱਥੇ ਹੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਹੋਈ ਸੀ। ਤੇ ਇਸ ਤੋਂ ਬਾਅਦ ਫਿਰ ਬਾਬਾ ਬੰਦਾ ਸਿੰਘ ਜਿਹੜੇ ਬਹਾਦਰ ਸੀਗੇ ਉਹ ਬਿਨਾਂ ਕਿਸੇ ਜੰਗ ਤੋਂ ਬਿਨਾਂ ਕਿਸੇ ਝੜਪ ਤੋਂ ਮਲੇਰਕੋਟਲੇ ਤੋਂ ਵਾਪਸ ਜਿਹੜੀ ਸੀ ਆਪਣੇ ਸਥਾਨ 'ਤੇ ਆ ਗਏ ਸੀ। ਉਸ ਤੋਂ ਬਾਅਦ 22 ਧਾਰ ਦੇ ਰਾਜਿਆਂ ਨੇ ਜਿੱਤਣ ਤੋਂ ਬਾਅਦ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜਿਹੜੇ ਸੀ ਇਹ ਵੀ ਸਕੇਤ ਮੰਡੀ ਪਹੁੰਚੇ ਸੀਗੇ, ਪਰ ਉਸ ਟਾਈਮ ਨਾਲ ਦੇ ਸਿੰਘਾਂ ਨੇ ਦੱਸਿਆ ਸੀਗਾ ਕਿ ਸਕੇਤ ਮੰਡੀ ਨੂੰ ਜਿਹੜਾ ਹੈਗਾ ਉਹ ਵਰਦਾਨ ਹੈਗਾ ਕਿ ਅਗਰ ਕੋਈ ਵੀ ਲੁੱਟਣ ਦੀ ਮਨਸ਼ਾ ਦੇ ਨਾਲ ਇਸ ਅਸਥਾਨ 'ਤੇ ਆਵੇਗਾ ਤੇ ਉਹਦੇ ਉੱਤੇ ਅਸਮਾਨੀ ਗੋਲੇ ਜਿਹੜੇ ਉਹ ਆਪਣੇ ਆਪ ਚੱਲਣਗੇ। ਪਰ ਇਹਦੇ ਵਿੱਚ ਜਿਹੜਾ ਇਹ ਵੀ ਜ਼ਿਕਰ ਮਿਲਦਾ ਹੈਗਾ ਕਿ ਕੁਛ ਬਾਬਾ ਬੰਦਾ ਸਿੰਘ ਦੇ ਬਹਾਦਰ ਦੇ ਵਿੱਚ ਜਿਹੜੇ ਕੁਛ ਐਸੇ ਉਹਨਾਂ ਟਾਈਮਾਂ ਦੇ ਵਿੱਚ ਲੋਕ ਸੀਗਾ ਜਿਨ੍ਹਾਂ ਨੇ ਚੋਰੀ ਛੁਪੇ ਜਿਹੜਾ ਸੀਗਾ ਉਹਨਾਂ ਟਾਈਮਾਂ ਦੇ ਵਿੱਚ ਸਕੇਤ ਮੰਡੀ ਨੂੰ ਲੁੱਟਣ ਦਾ ਜਦ ਯਤਨ ਕੀਤਾ ਸੀਗਾ ਤੇ ਉਸ ਟਾਈਮ 'ਤੇ ਉਹਨਾਂ ਦੇ ਉੱਤੇ ਅਸਮਾਨੀ ਗੋਲੇ ਜਿਹੜੇ ਸੀਗੇ ਉਹ ਵਰਸੇ ਸੀਗੇ। ਪਰ ਉਸ ਤੋਂ ਬਾਅਦ ਇਹ ਜਿਹੜੀ ਮਹਾਰਾਜ ਦੇ ਬੋਲ ਹੈਗੇ ਆ ਇਹਨਾਂ ਨੂੰ ਤਾਂ ਕੋਈ ਆਦਮੀ ਜਿਹੜਾ ਬਚ ਨਹੀਂ ਸਕਦਾ ਹੈਗਾ, ਲੇਕਿਨ ਉਸ ਤੋਂ ਬਾਅਦ ਇਹ ਜਿਹੜੇ ਲੋਕੀ ਲੁੱਟਣ ਦੀ ਮਨਸ਼ਾ ਦੇ ਨਾਲ ਥੋੜ੍ਹੇ ਜਿਹੇ ਅੱਗੇ ਆਏ ਸੀ ਜਦ ਇਹ ਅਸਮਾਨੀ ਗੋਲੇ ਉਹਨਾਂ ਦੇ ਉੱਤੇ ਪਏ ਸੀਗੇ ਤੇ ਉਸ ਤੋਂ ਬਾਅਦ ਇਹ ਸਾਰੇ ਲੋਕੀ ਜਿਹੜੇ ਸੀਗੇ ਉਹ ਮਾਰੇ ਗਏ ਸੀ ਇਹਨਾਂ ਗੋਲਿਆਂ ਦੀ ਮਾਰ ਦੇ ਥੱਲੇ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹ ਜਿਹੜਾ ਵਰਦਾਨ ਆ ਮਹਾਰਾਜ ਨੇ ਸਕੇਤ ਮੰਡੀ ਨੂੰ ਦਿੱਤਾ ਹੈਗਾ ਕਿ ਸਕੇਤ ਮੰਡੀ ਜਿਹੜੀ ਆ ਉਹ ਇਸ ਤਰ੍ਹਾਂ ਬਚੀ ਰਹੂਗੀ ਜਿਵੇਂ ਹਾਂਡੀ ਦੇ ਵਿੱਚੋਂ ਲੰਘਾਈ ਹੋਈ ਗੋਲੀ ਹਾਂਡੀ ਦਾ ਕੁਛ ਵਿਗਾੜ ਨਹੀਂ ਸਕਦੀ, ਪਰ ਜੋ ਵੀ ਜਿਹੜਾ ਆਦਮੀ ਹੈਗਾ ਉਹ ਕਦੇ ਵੀ ਕਿਸੇ ਮਨਸ਼ਾ ਦੇ ਨਾਲ ਸਕੇਤ ਮੰਡੀ ਲੁੱਟਣ ਦਾ ਯਤਨ ਕਰੇਗਾ ਤੇ ਉਸ ਦੇ ਉੱਤੇ ਅਸਮਾਨੀ ਗੋਲਿਆਂ ਦੀ ਵਰਖਾ ਹੋਊਗੀ। ਸੋ ਦੇਖੋ ਇਹ ਬਚਨ ਜਿਹੜਾ ਹੈਗਾ ਇਹ ਐਸਾ ਹੈ, ਐਸੇ ਅੱਜ ਭਾਵੇਂ ਸਾਇੰਸ ਦਾ ਯੁੱਗ ਹੈਗਾ ਪਰ ਇਸ ਯੁੱਗ ਦੇ ਵਿੱਚ ਇਹਨਾਂ ਸਵਾਲਾਂ ਦਾ ਜਵਾਬ ਜਿਹੜਾ ਹੈ ਨਾ ਕੋਈ ਵੀ ਜਿਹੜਾ ਆਦਮੀ ਦੇ ਨਹੀਂ ਸਕਦਾ। ਕਿਉਂਕਿ ਜਿੱਥੇ ਪਰਮਾਤਮਾ ਦੀ ਮਹਿਮਾ ਅਗਮ ਅਪਾਰ ਹੈ ਉੱਥੇ ਪਰਮਾਤਮਾ ਦੇ ਸਰਗਣ ਰੂਪ ਦੀ ਵੀ ਜਿਹੜੀ ਮਹਿਮਾ ਹੈ ਅਗਮ ਅਪਾਰ ਹੈਗੀ ਆ। ਸੋ ਦਾਸ ਇੰਨੇ ਹੀ ਬਚਨ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।